ਇੰਜਰੀ ਸਾਨੂੰ ਮਤਲਬ ਕਾਫੀ ਪਿੱਛੇ ਲੈ ਕੇ ਗਈ। ਜਿੱਦਾਂ ਮੈਨੂੰ ਇੱਕ ਬੰਬੇ ਡਾਕਟਰ ਨੇ ਮਨਾ ਕਰਤਾ ਸੀ ਕਿ ਤੁਸੀਂ ਸਪੋਰਟਸ ਨਹੀਂ ਕਰ ਸਕਦੇ, ਤੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਤੁਸੀਂ ਆਪਣਾ ਕਰੀਅਰ ਚੇਂਜ ਕਰ ਲਓ, ਕੁਝ ਹੋਰ ਕਰ ਲਓ। 'ਤੇ ਸੁਣਨ 'ਚ ਆਇਆ ਕਿ ਸਿੱਧੂ ਮੂਸੇਵਾਲੇ ਦਾ ਵੀ ਤੁਹਾਡੀ ਜ਼ਿੰਦਗੀ 'ਚ ਅਹਿਮ ਯੋਗਦਾਨ ਹੈ। ਹਾਂਜੀ ਸਰ, ਐਕਚੁਅਲੀ ਅਹਿਮ ਯੋਗਦਾਨ ਤਾਂ ਹੁਣ ਉਹੀ ਕਹਿੰਦੇ ਨਾ ਕਿ ਅਸੀਂ ਜਦੋਂ ਕੋਈ ਚੀਜ਼ ਕਰਨੀ, ਜਿੱਦਾਂ ਅਸੀਂ ਪਹਿਲਾਂ ਸਾਡੇ ਕੋਚ ਸਾਹਿਬ ਉਹਨਾਂ ਨੂੰ ਮਨਾ ਕਰਦੇ ਸੀ ਸੁਣਨ ਤੋਂ, ਕਿਉਂਕਿ ਉਹ ਥੋੜਾ ਹਥਿਆਰ ਵਾਲੇ ਗਾਣੇ ਗਾਉਂਦੇ ਸੀ। ਜਦੋਂ ਉਹਨਾਂ ਦੀ ਡੈਥ ਹੋਈ ਤੇ ਉਹਨਾਂ ਦੀ ਇੰਟਰਵਿਊਜ਼ ਸਭ ਕਾਫੀ ਸਾਰੀ ਆਉਂਦੀ ਸੀ YouTube ਤੇ, Facebook ਤੇ, Instagram ਤੇ ਸਰ ਨੇ ਫਿਰ ਅਸੀਂ ਉਹਨਾਂ ਦੀ ਇੰਟਰਵਿਊ ਸੁਣਨੀ ਸ਼ੁਰੂ ਕੀਤੀ। ਫਿਰ ਸਾਨੂੰ ਪਤਾ ਲੱਗਾ ਕਿ ਉਹਨਾਂ ਦੀ ਸੋਚ ਵੱਖਰੀ ਸੀਗੀ, ਮਤਲਬ ਜੋ ਉਹਨਾਂ ਦੇ ਨਾਲ ਹੁੰਦਾ ਸੀ। ਅਸੀਂ ਵੀ ਇਹ ਸੋਚਦੇ ਸਪੋਰਟਸ 'ਚ ਕੁਛ ਇੱਦਾਂ ਦਾ ਕਰੀਏ ਕਿ ਲੋਕੀ ਸਾਨੂੰ ਦੇਖ ਕੇ ਐਟਲੀਸਟ ਸਾਨੂੰ ਯਾਦ ਕਰਨ, ਕੱਲ੍ਹ ਨੂੰ ਜੇ ਛੋਟੇ ਯੂਥ ਹੈ ਜਾਂ ਛੋਟੇ ਜਿਹੜੇ ਸਕੂਲ ਸਟੂਡੈਂਟਸ ਹੈ, ਉਹ ਸਾਨੂੰ ਦੇਖ ਕਰ ਬੋਲਣ ਕਿ ਹਾਂਜੀ ਅਸੀਂ ਵੀ ਟਵਿੰਕਲ ਵਾਂਗੂ ਬਣਨਾ ਹੈ। ਤੇ ਉਹਨਾਂ ਦੀ ਸੋਚ ਦੇ ਪਿੱਛੇ ਇਹ ਸੀਗਾ ਕਿ ਜੇ ਤੁਹਾਡੇ ਕੋਲ ਸਾਰਾ ਕੁਝ ਮਿਲ ਵੀ ਗਿਆ ਨਾ, ਤੇ ਤੁਸੀਂ ਇੰਨੇ ਵੀ ਕਠੋਰ ਨਾ ਹੋ ਜਾਓ ਕਿ ਤੁਸੀਂ ਲੋਕਾਂ ਤੇ ਜ਼ੁਲਮ ਕਰਨ ਲੱਗ ਪਾਓ, ਤੇ ਇੰਨੇ ਕਮਜ਼ੋਰ ਵੀ ਨਾ ਬਣ ਜਾਓ ਕਿ ਲੋਕੀ ਤੁਹਾਡੇ ਤੇ ਜ਼ੁਲਮ ਕਰਨ ਲੱਗ ਜਾਣ। ਤੇ ਫਿਰ ਰੇਸ ਤੋਂ ਪਹਿਲਾਂ ਵੀ ਸਰ ਮੈਨੂੰ ਕਹਿੰਦੇ ਸੀ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਲਾ ਲੈ, ਤੇ ਫਿਰ ਮੈਂ ਹੱਸਣ ਲੱਗ ਪਈ ਕਿਉਂਕਿ ਪਹਿਲਾਂ ਸਰ ਸਾਨੂੰ ਰੋਕਦੇ ਹੁੰਦੇ ਸੀ। ਫਿਰ ਮੈਂ ਉਹਨਾਂ ਦੀ ਇੰਟਰਵਿਊ ਲਾਈ ਰੇਸ ਤੋਂ ਪਹਿਲਾਂ, ਤੇ ਉਹਨੇ ਮੈਨੂੰ ਕਾਫੀ ਮੋਟੀਵੇਟ ਕੀਤਾ। ਮੈਂ ਗੁਰਦਾਸ ਮਾਨ ਸਾਹਿਬ ਨੂੰ ਵੀ ਬਹੁਤ ਸੁਣਦੀ ਹਾਂ। 2017 ਚ ਮੈਂ ਵਰਲਡ ਯੂਨੀਵਰਸਿਟੀ ਗੇਮ ਖੇਡੀ ਹੈ, ਇੰਟਰ ਯੂਨੀਵਰਸਿਟੀ ਮੇਰੇ ਮੈਡਲ ਹੈ, ਓਪਨ ਨੈਸ਼ਨਲ ਮੇਰੇ ਮੈਡਲ ਹੈ, ਨੈਸ਼ਨਲ ਚ ਇੰਡੀਆ ਚ ਪਹਿਲੇ ਵੀ ਮੇਰੀ ਰੈਂਕਿੰਗ ਨੰਬਰ 1 ਰਹੀ ਹੈ। ਜਦ ਕੋਈ ਬੰਦਾ ਠਾਣ ਲੈਂਦਾ ਕਿ ਮੈਂ ਇਸ ਮੁਕਾਮ 'ਤੇ ਜਾਣਾ ਹੀ ਜਾਣਾ ਹੈ, ਤੇ ਫਿਰ ਕੁਦਰਤ ਵੀ ਉਸ ਨੂੰ ਰਾਹ ਦੇਣ ਲੱਗਦੀ ਹੈ। ਦਿੱਲੀ ਦੇ ਵਿੱਚ ਜਨਮੀ ਤੇ ਜਲੰਧਰ ਸ਼ਹਿਰ ਦੇ ਵਿੱਚ ਉਸਨੇ ਆਪਣੀ ਸਪੋਰਟ ਸ਼ੁਰੂ ਕੀਤੀ, ਤੇ ਹੁਣ ਨੈਸ਼ਨਲ ਮੀਟ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਸਾਡੇ ਨਾਲ ਟਵਿੰਕਲ ਚੌਧਰੀ ਹੈ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਬਾਦ। ਥੈਂਕ ਯੂ ਸੋ ਮਚ। ਕਿੰਨੀ ਕੁ ਮਿਹਨਤ ਲੱਗੀ ਇਸ ਮੁਕਾਮ 'ਤੇ ਪਹੁੰਚਣ ਲਈ? ਮਿਹਨਤ ਤਾਂ ਸਰ ਕਾਫੀ ਲੱਗਦੀ ਹੈ। ਮਿਹਨਤ ਕਰਕੇ ਹੀ ਅੱਗੇ ਕੋਈ ਵੀ ਇਨਸਾਨ ਵੱਧ ਸਕਦਾ ਹੈ। ਮਿਹਨਤ ਹਰ ਇੱਕ ਫੀਲਡ 'ਚ ਮਿਹਨਤ ਕਰਨੀ ਪੈਂਦੀ ਹੈ। ਬਾਕੀ ਹਰ ਇੱਕ ਦੀ ਸਟੋਰੀਆਂ, ਹਰ ਇੱਕ ਦੀ ਲਾਈਫ ਵੱਖਰੀ ਹੁੰਦੀ ਹੈ। ਕਿਸੇ ਨੂੰ ਘੱਟ ਮਿਹਨਤ, ਇੱਦਾਂ ਦੇ ਵੀ ਲੋਕ ਹੈ ਜਿਨ੍ਹਾਂ ਨੂੰ ਘੱਟ ਮਿਹਨਤ ਕਰਕੇ ਬਹੁਤ ਕੁਝ ਮਿਲਦਾ ਹੈ। ਪਰ ਮੇਰੀ ਲਾਈਫ ਦੀ ਇੱਦਾਂ ਦੀ ਸਟਰਗਲ ਰਹੀ ਹੈ ਕਿ ਮੈਨੂੰ ਮਿਹਨਤ ਬਹੁਤ ਜ਼ਿਆਦਾ ਕਰਨੀ ਪਈ ਹੈ। ਅਤੇ ਉਸ ਤੋਂ ਬਾਅਦ ਅਸੀਂ ਵੀ ਅੱਗੇ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਮਿਹਨਤ ਕਰਕੇ ਹੋਰ ਜਿੰਨੀ ਸਾਡੇ ਤੋਂ ਮਿਹਨਤ 'ਚ ਕਮੀ ਨਾ ਰਹੇ ਕਿਸੇ ਵੀ ਪਾਸਿਓਂ, ਅਤੇ ਮਿਹਨਤ ਕਰਕੇ ਆਪਾਂ ਹੋਰ ਅੱਗੇ ਵੀ ਕੋਸ਼ਿਸ਼ ਕਰਾਂਗੇ ਵਧੀਆ ਮੈਡਲ ਲੈਣ ਦੀ। ਕਿਹੜੀਆਂ ਔਕੜਾਂ ਦੇ ਵਿੱਚੋਂ ਲੰਘਣਾ ਪਿਆ ਤੁਹਾਨੂੰ? ਸਰ ਐਕਚੁਅਲੀ ਸਟਾਰਟਿੰਗ 'ਚ ਜਦੋਂ ਮੈਂ ਆਈ ਸੀ ਉਦੋਂ ਵੀ ਮੈਨੂੰ ਥੋੜ੍ਹਾ ਜਿਹਾ ਦਿੱਕਤ ਸੀਗੀ ਮੇਰੇ ਨੀ 'ਚ, ਅਤੇ ਮੈਨੂੰ ਡਾਕਟਰ ਨੇ ਉਦੋਂ ਵੀ ਕਿਹਾ ਸੀ ਕਿ ਤੁਸੀਂ ਸਪੋਰਟਸ ਨਾ ਕਰੋ, ਬਟ ਉਹ ਚਲੋ ਈਜ਼ੀਲੀ ਅਸੀਂ ਕਵਰ ਕਰ ਲਿਆ ਸੀ। ਅਤੇ ਉਸ ਤੋਂ ਬਾਅਦ 2019 'ਚ ਉਦੋਂ ਵੀ ਮੇਰੀ ਬੈਸਟ ਪਰਫੋਰਮੈਂਸ ਪੀਕ 'ਤੇ ਚੱਲਦੀ ਸੀ, ਅਤੇ 2018 'ਚ ਵੀ ਮੇਰਾ ਓਪਨ ਨੈਸ਼ਨਲ ਗੋਲਡ ਮੈਡਲ ਸੀਗਾ। 19 'ਚ ਮੈਂ ਏਸ਼ੀਅਨ ਚੈਂਪੀਅਨਸ਼ਿਪ ਖੇਡੀ ਸੀ, ਉਸ ਤੋਂ ਪਹਿਲੇ ਵਰਲਡ ਯੂਨੀਵਰਸਿਟੀ ਵੀ ਖੇਡੀ ਸੀ। ਅਤੇ ਉਸ ਟਾਈਮ 'ਤੇ ਮੈਨੂੰ ਇੱਕ ਐਕਿਲਿਸ ਦੀ ਟੈਂਡਨ ਦੀ ਇੰਜਰੀ ਆ ਗਈ ਸੀ। ਉਹ ਇੰਜਰੀ ਸਾਨੂੰ ਮਤਲਬ ਕਾਫੀ ਪਿੱਛੇ ਲੈ ਕੇ ਗਈ। ਜਿੱਦਾਂ ਮੈਨੂੰ ਇੱਕ ਬੰਬੇ ਡਾਕਟਰ ਨੇ ਮਨਾ ਕਰਤਾ ਸੀ ਕਿ ਤੁਸੀਂ ਸਪੋਰਟਸ ਨਹੀਂ ਕਰ ਸਕਦੇ। ਉਹ ਟਾਈਮ ਕਾਫੀ ਡਿਫੀਕਲਟ ਸੀਗਾ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਮਤਲਬ ਆਪਰੇਟ ਕਰਾ ਲਓ, ਬਟ ਉਸ ਤੋਂ ਬਾਅਦ ਵੀ ਕੋਈ ਗਾਰੰਟੀ ਨਹੀਂ ਹੈ ਤੁਸੀਂ ਸਪੋਰਟਸ ਅੱਗੇ ਕੰਟੀਨਿਊ ਕਰ ਸਕਦੇ। ਅਤੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਤੁਸੀਂ ਆਪਣਾ ਕਰੀਅਰ ਚੇਂਜ ਕਰ ਲਓ, ਕੁਝ ਹੋਰ ਕਰ ਲਓ। ਬਟ ਅਸੀਂ ਹਿੰਮਤ ਨਹੀਂ ਹਾਰੀ। ਉਸ ਤੋਂ ਬਾਅਦ ਵੀ ਅਸੀਂ ਟਰਾਈ ਕਰਦੇ ਰਹੇ ਕਿ ਜਿੱਥੋਂ ਵੀ ਸਾਨੂੰ ਥੋੜ੍ਹੀ ਬਹੁਤੀ ਉਮੀਦ ਲੱਗਦੀ ਸੀ ਕਿ ਕਦੀ ਚੰਡੀਗੜ੍ਹ ਜਾਣਾ, ਜਿੱਦਾਂ ਚੰਡੀਗੜ੍ਹ 'ਚ BSF 'ਚ ਡਾਕਟਰ ਮਨਜੀਤ ਹੈ, ਉਹਨਾਂ ਕੋਲ ਜਾਣਾ। ਫਿਰ ਅਸੀਂ ਇੱਥੇ ਹੁਸ਼ਿਆਰਪੁਰ ਪਤਾ ਕੀਤਾ ਉੱਥੇ ਜੁਆਇੰਟ ਕੇਅਰ ਫਿਜ਼ੀਓਥੈਰੇਪੀ ਸੈਂਟਰ ਹੈ ਇੱਕ, ਡਾਕਟਰ ਅਰਵਿੰਦ ਗਿੱਲ, ਉਹਨਾਂ ਨੇ ਬਹੁਤ ਹੈਲਪ ਕੀਤੀ ਸਾਡੀ। ਮਤਲਬ ਇੱਕ ਲੇਜ਼ਰ ਟਰੀਟਮੈਂਟ ਹੁੰਦਾ ਹੈ, ਅਸੀਂ ਉਹਨਾਂ ਕੋਲ ਮਤਲਬ ਜਿੱਦਾਂ ਹਫਤੇ 'ਚ 2 ਦਿਨ ਉੱਥੇ ਜਾਂਦੇ ਹੁੰਦੇ ਸੀਗੇ, ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆਉਣਾ। ਅਤੇ ਫਿਰ ਸਾਨੂੰ ਕਿਸੇ ਨੇ ਦਿੱਲੀ ਇੱਕ ਡਾਕਟਰ ਦੇ ਬਾਰੇ ਦੱਸਿਆ। ਦਿੱਲੀ 'ਚ ਇੱਕ ਡਾਕਟਰ ਰਾਹੁਲ ਹੈ, ਉਹਨਾਂ ਨੇ ਬਹੁਤ ਹੌਸਲਾ ਦਿੱਤਾ। ਉਹਨਾਂ ਨੇ ਕਿਹਾ ਨਹੀਂ ਤੁਸੀਂ ਟੈਨਸ਼ਨ ਨਾ ਲਓ, ਇਹ ਚੀਜ਼ ਠੀਕ ਹੋ ਜਾਏਗੀ। ਇੱਦਾਂ ਦੀ ਕੋਈ ਵੱਡੀ ਕਿ ਉਹਨਾਂ ਨੇ ਸਾਨੂੰ ਪੁਰਾਣੇ ਆਪਣੇ ਐਗਜ਼ਾਮਪਲਸ ਦੱਸੇ ਜਿਹੜੇ ਉਹਨਾਂ ਨੇ ਇਹੀ ਪ੍ਰੋਬਲਮ ਤੋਂ ਠੀਕ ਕੀਤੇ ਹੈ ਸਪੋਰਟਸਮੈਨ।
ਤੇ ਉੱਥੇ ਮੈਂ ਸਵੇਰੇ ਜਾਂਦੀ ਹੁੰਦੀ ਸੀ ਜਿੱਦਾਂ ਸ਼ਤਾਬਦੀ ਤੋਂ, ਤੇ ਸ਼ਾਮ ਨੂੰ ਵਾਪਸ ਆਉਂਦੀ ਸੀ ਟ੍ਰੀਟਮੈਂਟ ਕਰਾ ਕੇ। ਹਫਤੇ 'ਚ 2 ਦਿਨ ਮਤਲਬ ਉੱਥੇ ਮੈਂ ਟ੍ਰੀਟਮੈਂਟ ਲੈਂਦੀ ਹੁੰਦੀ ਸੀ। ਤੇ ਇੱਦਾਂ ਹੀ ਕਾਫੀ ਸਟਰਗਲ ਕਰਨੀ ਪਈ, ਜਿੱਦਾਂ ਜਦੋਂ ਸਟਰਗਲਿੰਗ ਟਾਈਮ ਚੱਲਦਾ ਸੀ ਉਦੋਂ ਪਰਫਾਰਮੈਂਸ ਨਹੀਂ ਸੀਗੀ। ਤੇ ਜਿੱਦਾਂ ਮੈਂ ਰੇਲਵੇ 'ਚ ਜੌਬ ਕਰਦੀ ਹਾਂ, ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਜੇ ਕੰਪੀਟੀਸ਼ਨ ਨਹੀਂ ਖੇਡ ਸਕਦੇ ਫਿਰ ਤੁਸੀਂ ਆਪਣੀ ਡਿਊਟੀ ਜੁਆਇਨ ਕਰੋ, ਤੇ ਤੁਹਾਡੀ ਕੋਈ ਰੀਸੈਂਟ ਪਰਫਾਰਮੈਂਸ ਨਹੀਂ ਹੈ। ਉਹਨਾਂ ਨੇ ਪੁਰਾਣੀ ਪਰਫਾਰਮੈਂਸ ਸਾਰੀ ਭੁੱਲ ਜਾਂਦੇ ਆ ਲੋਕੀ ਜਦੋਂ ਕੋਈ ਮੁਸੀਬਤ ਆਉਂਦੀ ਹੈ ਨਾ, ਉਹ ਸਾਰਾ ਕਰੰਟ ਮੰਗਦੇ ਹੁੰਦੇ ਆ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਡਿਊਟੀ ਜੁਆਇਨ ਕਰੋ, ਤੁਸੀਂ ਸਪੋਰਟਸ ਨਹੀਂ ਕਰ ਸਕਦੇ। ਤੇ ਉਸ ਟਾਈਮ ਮਤਲਬ ਕਾਫੀ ਡਿਫਿਕਲਟ ਟਾਈਮ ਸੀਗਾ, ਕਿਉਂਕਿ ਸਾਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਸੀ, ਕੋਈ ਪ੍ਰੋਸੈਸ ਨਹੀਂ ਹੋ ਰਹੀ ਸੀ ਮਤਲਬ ਰੀਹੈਬ ਦੇ ਵਿੱਚ। ਤੇ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਜੇ ਅਸੀਂ ਸਪੋਰਟ ਡਿਊਟੀ ਜੁਆਇਨ ਕਰ ਲਈ ਫਿਰ ਸਾਡੇ ਕੋਲ ਸਪੋਰਟਸ 'ਚ ਕਮਬੈਕ ਨਹੀਂ ਹੋਣੀ। ਤੇ ਫਿਰ ਕਾਫੀ ਲੋਕਾਂ ਨੇ ਉਮੀਦ ਦਿੱਤੀ, ਕਾਫੀ ਲੋਕਾਂ ਨੇ ਸਪੋਰਟ ਕੀਤੀ, ਕੋਚ ਨੇ ਬਹੁਤ ਸਪੋਰਟ ਕੀਤੀ, ਘਰਦਿਆਂ ਨੇ ਬਹੁਤ ਸਪੋਰਟ ਕੀਤੀ। ਉਸ ਤੋਂ ਬਾਅਦ ਅਸੀਂ ਇਹੀ ਡਿਸਾਈਡ ਕੀਤਾ ਕਿ ਅਸੀਂ ਜੇ ਇਹ ਤਾਂ ਬਹੁਤ ਛੋਟਾ ਜਿਹਾ ਸੈਕਰੀਫਾਈਸ ਹੈ, ਜੇ ਮੈਂ ਜੌਬ ਦਾ ਸੈਕਰੀਫਾਈਸ ਕਰਦੀ ਹਾਂ ਆਪਣੇ ਦੇਸ਼ ਨੂੰ, ਅਗਰ ਮੈਂ ਕਿਤੇ ਇੰਟਰਨੈਸ਼ਨਲ ਲੈਵਲ 'ਤੇ ਅੱਗੇ ਰਿਪਰੈਜ਼ੈਂਟ ਕਰ ਸਕਦੀ ਹਾਂ, ਜਦੋਂ ਮੈਡਲ ਆਉਂਦਾ ਹੈ, ਸਾਡਾ ਦੇਸ਼ ਦਾ ਝੰਡਾ ਉੱਪਰ ਚੜ੍ਹਦਾ ਹੈ, ਤੇ ਉਹ ਬਹੁਤ ਪ੍ਰਾਊਡ ਵਾਲੀ ਫੀਲਿੰਗ ਹੁੰਦੀ ਹੈ। ਸਿਰਫ ਉਹੀ ਚੀਜ਼ ਲਈ ਜੇ ਅਸੀਂ ਸੋਚਿਆ ਕਿ ਜੇ ਇਹ ਤਾਂ ਬਹੁਤ ਛੋਟੀ ਚੀਜ਼ ਹੈ, ਭਗਤ ਸਿੰਘ ਉਹਨਾਂ ਨੇ ਤਾਂ ਇੰਨੀ ਵੱਡੇ ਸੈਕਰੀਫਾਈਸ ਦਿੱਤੇ ਆਪਣੀ ਜਾਨ ਲਈ, ਆਪਣੀ ਜਾਨ ਗਵਾਤੀ ਆਪਣੇ ਦੇਸ਼ ਲਈ, ਤੇ ਇਹ ਤਾਂ ਕੁਝ ਵੀ ਨਹੀਂ ਹੈ ਸਾਡੇ ਲਈ। ਜੇ ਅਸੀਂ ਇਹ ਜੌਬ ਦਾ ਸੈਕਰੀਫਾਈਸ ਕਰਕੇ ਉੱਥੇ ਝੰਡਾ ਆਪਣਾ ਲਹਿਰਾ ਸਕਦੇ ਹਾਂ, ਤੇ ਅਸੀਂ ਇਹੀ ਕੰਟੀਨਿਊ ਕਰਾਂਗੇ। ਤੇ ਅਸੀਂ ਉਹੀ ਕੰਟੀਨਿਊ ਕੀਤਾ। ਮਤਲਬ ਜਿੱਦਾਂ ਹੁਣ ਮੈਨੂੰ 3 ਸਾਲ ਤੋਂ ਕੋਈ ਸੈਲਰੀ ਨਹੀਂ ਮਿਲ ਰਹੀ, ਕੁਛ ਮੈਂ ਵਿਦਆਊਟ ਪੇ ਹਾਂ, ਵਿੱਚ ਐਬਸੈਂਟ ਵੀ ਰਹੀ ਹਾਂ, ਉੱਥੋਂ ਡਿਪਾਰਟਮੈਂਟ ਤੋਂ ਲੈਟਰ ਵੀ ਆਉਂਦੀ ਸੀ, ਫਿਰ ਮੈਂਟਲੀ ਵੀ ਅਪਸੈਟ। ਮਤਲਬ ਇੱਕ ਅਸੀਂ ਫਿਜ਼ੀਕਲ ਪੇਨ ਤੋਂ ਗੁਜ਼ਰਦੇ ਸੀ, ਤੇ ਵਿੱਚ ਮੈਂਟਲੀ ਅਪਸੈਟ ਬਹੁਤ ਹੁੰਦੇ ਸੀ। ਜਿੱਦਾਂ ਕੋਈ ਡਿਪਾਰਟਮੈਂਟ ਤੋਂ ਲੈਟਰ ਆ ਗਈ ਕਿ ਤੁਸੀਂ ਜੁਆਇਨ ਨਹੀਂ ਕੀਤਾ, ਜਿੱਦਾਂ ਕਿਸੇ ਨੇ ਕਹਿਤਾ ਕਿ ਤੁਸੀਂ, ਲੋਕੀ ਵੀ ਇੱਦਾਂ ਦੇ ਮਿਲਦੇ ਸੀ, ਕਈ ਕਹਿੰਦੇ ਸੀ ਤੁਸੀਂ ਤਾਂ ਪਾਗਲ ਹੈ, ਜੌਬ ਛੱਡ ਕੇ ਹੁਣ ਕਰਨਾ ਕੀ ਹੈ, ਸਪੋਰਟਸ ਜਿੰਨੀ ਕਰਨੀ ਸੀ ਉਨੀ ਕਰ ਲਈ, ਹੁਣ ਤੁਸੀਂ ਆਪਣੀ ਡਿਊਟੀ ਜੁਆਇਨ ਕਰੋ, ਹੋਰ ਕਰਨਾ ਕੀ ਹੈ। ਮਤਲਬ ਲੋਕਾਂ ਨੇ ਵੀ ਕਿਹਾ, ਪਰ ਇਹ ਚੀਜ਼ਾਂ ਕਿਤੇ ਨਾ ਕਿਤੇ ਮੈਨੂੰ ਮੋਟੀਵੇਟ ਕਰਦੀ। ਜਦੋਂ ਕ੍ਰਿਟਿਸਿਜ਼ਮ ਤੁਹਾਡਾ ਹੁੰਦਾ ਹੈ ਨਾ, ਅਸੀਂ ਉਹਨੂੰ ਪੋਜ਼ੀਟਿਵ ਲਿਆ। ਅਸੀਂ ਸੋਚਿਆ ਨਹੀਂ, ਇੱਕ ਵਾਰੀ ਜ਼ਰੂਰ ਕਰਕੇ ਦਿਖਾਵਾਂਗੇ, ਚਾਹੇ ਸਾਲ ਲੱਗ ਜਾਏ, ਚਾਹੇ 2 ਸਾਲ ਲੱਗੇ, ਚਾਹੇ 3 ਸਾਲ ਲੱਗੇ। ਤੇ ਅੱਜ 3 ਸਾਲ ਬਾਅਦ ਫਿਰ ਮੈਂ ਆਪਣੀ ਲਾਈਫ ਦੇ ਬੈਸਟ ਪਰਫਾਰਮੈਂਸ ਦੇ ਰਹੀ ਹਾਂ। ਤੁਹਾਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਕਿ ਸਪੋਰਟਸ ਵੱਲ ਹੀ ਜਾਣਾ ਹੈ? ਬਿਲਕੁਲ ਬਚਪਨ ਤੋਂ ਨਹੀਂ ਸੀਗਾ, ਬਟ ਜਦੋਂ +1 +2 'ਚ ਮੈਂ ਸਕੂਲ 'ਚ DPS 'ਚ ਪੜ੍ਹਦੀ ਹੁੰਦੀ ਸੀ, ਤੇ ਉੱਥੇ ਮੈਨੂੰ ਸਕੂਲ ਲੈਵਲ 'ਤੇ ਮੈਂ ਖੇਡਣ ਗਈ ਸੀ। ਉਦੋਂ ਕੋਈ ਟ੍ਰੇਨਿੰਗ ਨਹੀਂ ਸੀਗੀ, ਬਿਲਕੁਲ ਬੇਸਿਕ ਇੱਦਾਂ ਹੀ ਨੈਚੁਰਲ। ਤੇ ਉੱਥੇ ਵਧੀਆ ਮੈਡਲ ਆ ਗਏ। ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਮੇਰੇ ਘਰਦਿਆਂ ਨੂੰ ਵੀ ਲੱਗਿਆ ਕਿ ਅਸੀਂ ਜਿਹੜਾ, ਉਹਨਾਂ ਨੂੰ ਪਹਿਲਾਂ ਤੋਂ ਸਟੱਡੀ ਦਾ ਹੀ ਸੀਗਾ ਕਿ ਸਟੱਡੀ ਕਰੀਏ, ਬਟ ਉਹਨਾਂ ਨੂੰ ਸੀਗਾ ਜਿਹੜਾ ਐਕਸਟਰਾ ਟਾਈਮ ਹੁੰਦਾ ਹੈ ਉਹ 'ਚ ਆਪਣੀ ਫਿਟਨੈਸ ਵੀ ਹੁੰਦੀ ਹੈ, ਤੇ ਅਗਰ ਛੋਟੇ ਮੋਟੇ ਲੈਵਲ ਤੱਕ ਖੇਡ ਸਕਦੇ ਤਾਂ ਚੰਗੀ ਗੱਲ ਹੈ। ਫਿਰ ਹੌਲੀ ਹੌਲੀ ਨੈਸ਼ਨਲ 'ਚ ਪਾਰਟੀਸਿਪੇਟ ਕੀਤਾ, ਜਿੱਦਾਂ ਜਦੋਂ ਮੈਂ ਯੂਨੀਵਰਸਿਟੀ 'ਚ ਆਈ, ਦਿੱਲੀ ਯੂਨੀਵਰਸਿਟੀ ਤੋਂ, ਫਿਰ ਇੰਟਰ ਯੂਨੀਵਰਸਿਟੀ ਖੇਡਿਆ। ਉਸ ਤੋਂ ਬਾਅਦ ਫਿਰ ਲੱਗਣ ਲੱਗ ਪਿਆ ਕਿ ਹਾਂਜੀ ਅਸੀਂ ਕਰ ਸਕਦੇ ਹਾਂ ਜੇ ਥੋੜ੍ਹੀ ਬਹੁਤੀ ਅਸੀਂ ਮਿਹਨਤ ਕਰ ਲਈਏ। ਫਿਰ ਮੈਨੂੰ ਕਿਸੇ ਨੇ ਹੈਪੀ ਸਰ ਬਾਰੇ ਦੱਸਿਆ, ਇੱਥੇ ਜਲੰਧਰ 'ਚ ਉਹ ਟ੍ਰੇਨਿੰਗ ਕਰਾਉਂਦੇ ਆ। ਫਿਰ ਉਹਨਾਂ ਕੋਲ ਆਈ, ਉਹਨਾਂ ਨੇ ਹੋਰ ਉਮੀਦ ਦਿੱਤੀ ਕਿ ਤੁਸੀਂ ਮਿਹਨਤੀ ਹੈ, ਤੁਸੀਂ ਟੈਲੈਂਟਡ ਹੈ, ਤੁਸੀਂ ਇੰਟਰਨੈਸ਼ਨਲ ਲੈਵਲ 'ਤੇ ਵੀ ਵਧੀਆ ਕਰ ਸਕਦੇ ਆ। ਫਿਰ ਅਸੀਂ ਸਾਰਾ ਫੋਕਸ ਇੱਧਰ ਇਹੀ ਪਾਸੇ ਕਰ ਲਿਆ ਕਿ ਅਸੀਂ ਹੁਣ ਇੰਟਰਨੈਸ਼ਨਲ ਲੈਵਲ ਤੱਕ ਦੇਸ਼ ਲਈ ਕੁਝ ਕਰਨਾ ਹੈ। ਕਿਹੜੇ ਮੈਡਲ ਜਿਹੜੇ ਨੇ ਤੁਸੀਂ ਆਪਣੇ ਨਾਮ ਕਰ ਚੁੱਕੇ ਹੋ ਅਜੇ ਤੱਕ? ਸਰ ਜਿੱਦਾਂ 2017 'ਚ ਮੈਂ ਵਰਲਡ ਯੂਨੀਵਰਸਿਟੀ ਗੇਮ ਖੇਡੀ ਹੈ, ਇੰਟਰ ਯੂਨੀਵਰਸਿਟੀ ਮੇਰੇ ਮੈਡਲ ਹੈ, ਓਪਨ ਨੈਸ਼ਨਲ ਮੇਰੇ ਮੈਡਲ ਹੈ, ਨੈਸ਼ਨਲ 'ਚ ਇੰਡੀਆ 'ਚ ਪਹਿਲੇ ਵੀ ਮੇਰੀ ਰੈਂਕਿੰਗ ਨੰਬਰ 1 ਰਹੀ ਹੈ। 2019 'ਚ ਮੈਂ ਏਸ਼ੀਅਨ ਚੈਂਪੀਅਨਸ਼ਿਪ ਖੇਡੀ ਹੈ, ਉਦੋਂ ਵੀ ਨੰਬਰ 1 ਸੀਗੀ। ਉਸ ਤੋਂ ਬਾਅਦ ਫਿਰ ਥੋੜ੍ਹੀ ਜਿਹੀ ਇੰਜਰੀ ਆਈ। ਹੁਣ ਰੀਸੈਂਟ ਮੇਰਾ ਨੈਸ਼ਨਲ ਇੰਟਰ ਸਟੇਟ 'ਤੇ ਮੈਡਲ ਹੈ। ਲਾਸਟ ਈਅਰ ਵੀ 2021 'ਚ ਵੀ ਇੰਟਰ ਸਟੇਟ 'ਚ ਮੈਡਲ ਸੀਗਾ। ਅੱਗੇ ਕੋਈ ਟਾਰਗੇਟ ਹੈ ਕਿ ਮੈਂ ਇਹ ਟਾਰਗੇਟ ਅਚੀਵ ਕਰਨਾ ਹੈ? ਹਾਂਜੀ ਸਰ, ਟਾਰਗੇਟ ਤਾਂ ਹੁਣ ਵੀ ਸੀਗਾ ਕਾਮਨਵੈਲਥ ਗੇਮਸ ਕੁਆਲੀਫਾਈ ਕਰਨ ਦਾ, ਕਿਉਂਕਿ ਇਹ ਕੰਪੀਟੀਸ਼ਨ ਤੋਂ ਕਾਮਨਵੈਲਥ ਗੇਮਸ ਕੁਆਲੀਫਾਈ ਕਰਨਾ ਸੀ। ਏਸ਼ੀਅਨ ਗੇਮਸ ਵੀ ਸੀਗੀ, ਬਟ ਉਹ ਅੱਗੇ ਹੁਣ ਨੈਕਸਟ ਈਅਰ ਲਈ ਪੋਸਟਪੋਨ ਹੋ ਗਈ ਹੈ। ਉੱਦਾਂ ਏਸ਼ੀਅਨ ਗੇਮਸ ਟਾਈਮ ਮੇਰਾ ਕੁਆਲੀਫਾਈ ਹੋ ਚੁੱਕਿਆ ਹੈ, ਬਟ ਹਜੇ ਕਿਉਂਕਿ ਅਗਲੇ ਸਾਲ ਤੋਂ ਇੱਕ ਵਾਰੀ ਦੁਬਾਰਾ ਕੁਆਲੀਫਾਈ ਕਰਨਾ ਪੜੇਗਾ। ਤੇ ਇਸ ਤੋਂ ਬਾਅਦ ਨੈਕਸਟ ਈਅਰ ਏਸ਼ੀਅਨ ਚੈਂਪੀਅਨਸ਼ਿਪ ਵੀ ਹੈ, ਏਸ਼ੀਅਨ ਟਰੈਕ ਐਂਡ ਫੀਲਡ ਹੁੰਦੀ ਹੈ ਇੱਕ, ਜਿਸ 'ਚ ਸਿਰਫ ਐਥਲੈਟਿਕਸ ਦੇ ਇਵੈਂਟਸ ਹੁੰਦੇ ਹੈ। ਤੇ ਏਸ਼ੀਅਨ ਗੇम्स है नेक्स्ट ईयर। सब तो पहला टारगेट तो एशियन गेम्स गोल्ड मेडल लेना है, तो उस तो बाद फिर ओलंपिक्स के लिए असी कोई ट्राई करेंगे कि वर्ल्ड लेवल पर भी अच्छा परफॉर्म करके मैडल जितने की पूरी कोशिश करेंगे। ਪ੍ਰੈਕਟਿਸ ਲੋਕੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ, ਤੁਹਾਨੂੰ ਜਲੰਧਰ ਦੇ ਵਿੱਚ ਪ੍ਰੈਕਟਿਸ ਲਈ ਜਗ੍ਹਾ ਮਿਲ ਜਾਂਦੀ ਹੈ? ਸਰ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਮਤਲਬ ਸਾਡੇ ਕੋਲ ਇੱਕ ਬੇਸਿਕ ਗਰਾਊਂਡ ਤੱਕ ਨਹੀਂ ਹੈ ਟ੍ਰੇਨਿੰਗ ਕਰਨ ਲਈ। ਅਸੀਂ ਜਿੱਥੇ ਟ੍ਰੇਨਿੰਗ ਕਰਦੇ ਹੁੰਦੇ ਸੀ ਉੱਥੇ ਸਾਡੇ ਕੋਚ ਨਾਲ ਅਸੀਂ ਸਿਰਫ ਇਹੀ ਕਹਿੰਦੇ ਸੀ ਕਿ ਸਾਨੂੰ ਸਾਡੀ ਗਰਾਊਂਡ ਚਾਹੀਦੀ ਹੈ।
ਤੇ ਉਹਨਾਂ ਦੀ ਕੁਝ ਮਿਸਅੰਡਰਸਟੈਂਡਿੰਗਸ ਹੋ ਗਈ, ਕੁਝ ਉਹਨਾਂ ਨੇ ਇਦਾਂ ਦੇ ਚੀਜ਼ਾਂ ਹੋਈ, ਕੁਝ ਡੌਗ ਸ਼ੋ ਹੋ ਗਏ ਸੀ ਸਾਡੇ ਗਰਾਊਂਡ ਦੇ ਵਿੱਚ। ਤੇ ਸਾਡੇ ਕੋਚ ਨੇ ਉਹਦੇ ਉੱਤੇ ਆਬਜੈਕਸ਼ਨ ਕੀਤਾ ਕਿ ਸਰ ਅਸੀਂ ਪੂਰੇ ਬਿਲਕੁਲ ਸਾਂਭ ਕੇ ਅਸੀਂ ਗਰਾਊਂਡ ਰੱਖੀ ਦੀ ਹੈ। ਨਾਲੇ ਜਦੋਂ ਗਰਾਊਂਡ ਖਰਾਬ ਹੁੰਦੀ ਹੈ ਤੇ ਸਪੋਰਟਸਮੈਨ ਨੂੰ ਇੱਕ ਇੰਜਰੀ ਆਉਣ ਦੇ ਚਾਂਸਸ ਹੁੰਦੇ ਆ। ਜਦੋਂ ਅਸੀਂ ਉੱਥੇ ਟ੍ਰੇਨਿੰਗ ਕਰਨੀ, ਉੱਥੇ ਟੋਏ ਪੈ ਗਏ ਜਾਂ ਕੁਝ ਹੋ ਗਿਆ, ਤੇ ਉਹਦੇ ਲਈ ਅਸੀਂ ਫਾਈਟ ਕੀਤੀ। ਉਹਦੇ ਕਰਕੇ ਉਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ ਕਿ ਇਹਨਾਂ ਨੇ ਕਿਉਂ ਇਸ ਚੀਜ਼ ਦੇ ਬਾਰੇ ਆਬਜੈਕਸ਼ਨ ਕੀਤਾ ਕਿ ਜੇ ਅਸੀਂ ਕਰਾਤਾ ਫਿਰ ਕੀ ਹੋ ਗਿਆ। ਤੇ ਉਹਨਾਂ ਨੇ ਫਿਰ ਸਾਨੂੰ ਗਰਾਊਂਡ ਆਉਣ ਤੋਂ ਹੀ ਮਨਾ ਕਰਤਾ। ਉਹਨਾਂ ਨੇ ਹੁਣ ਸਾਨੂੰ ਸਾਡੀ ਗਰਾਊਂਡ 'ਚ ਐਂਟਰੀ ਨਹੀਂ ਹੈਗੀ। ਉਹਨਾਂ ਨੇ ਕਿਹਾ ਸਪੋਰਟਸਮੈਨ ਐਂਟਰੀ ਨਹੀਂ ਕਰਨਗੇ, ਸਾਡੇ ਕੋਚ ਸਾਹਿਬ ਦੇ ਨਿਆਣੇ ਜਿਹੜੇ ਟ੍ਰੇਨਿੰਗ ਕਰਦੇ ਆ, ਬਾਕੀ ਸੈਰ ਕਰਨੇ ਵਾਲੇ ਨਾਰਮਲ ਲੋਕ ਉੱਥੇ ਜਾ ਸਕਦੇ ਆ, ਬਸ ਸਾਡੀ ਐਂਟਰੀ ਨਹੀਂ ਉੱਥੇ ਹੈਗੀ। ਹੁਣ ਜਦੋਂ ਦੇ ਅਸੀਂ ਖੇਡ ਗਏ ਸਾਡੇ ਕੋਲ ਹੁਣ ਇਸ ਟਾਈਮ ਗਰਾਊਂਡ ਨਹੀਂ। ਅਸੀਂ ਕਦੀ DAV ਜਾਂਦੇ ਹੁੰਦੇ ਆ, ਉੱਥੇ ਵੀ ਥੋੜ੍ਹਾ ਗਰਾਊਂਡ ਚੰਗਾ ਮਤਲਬ ਟਰੈਕ ਉੱਚਾ ਨੀਵਾ ਬਹੁਤ ਹੈ। ਫਿਰ PAP ਸਰ ਨੇ ਸਾਡੇ ਕੋਚ ਸਾਹਿਬ ਨੇ ਪਰਮਿਸ਼ਨ ਲਈ, ਕਿਉਂਕਿ ਅਸੀਂ ਤਾਂ ਕਰਨਾ ਹੀ ਹੈ, ਚਾਹੇ ਸਾਨੂੰ ਰੋਡ 'ਤੇ ਕਰਨੀ ਪਏ ਚਾਹੇ ਪਾਰਕਾਂ 'ਚ ਕਰਨੀ ਪਏ। ਪਿਛਲੇ ਸਾਲ ਵੀ ਇਹ ਚੀਜ਼ ਹੁੰਦੀ ਰਹੀ ਸੀ, ਅਸੀਂ ਰੋਡ 'ਤੇ ਟ੍ਰੇਨਿੰਗ ਕਰਦੇ ਰਹੇ ਸੀ। ਤੇ ਜਦੋਂ ਇਹ ਤਾਜ਼ਾ ਮੈਟਰ ਹੋਇਆ ਸੀ ਤੇ ਇੱਦਾਂ ਹੀ ਸਟਰਗਲ ਚੱਲ ਰਹੀ ਹੈ ਸਰ। ਦੇਖੋ ਕੁਝ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਥੋੜ੍ਹੀ ਸੀ ਸਮਝ ਆਏ ਕਿ ਇੱਕ ਸਪੋਰਟਸਮੈਨ ਬਹੁਤ ਮਿਹਨਤ ਕਰਦਾ ਹੈ। ਜੇ ਤੁਸੀਂ ਥੋੜ੍ਹੀ ਜਿਹੀ ਉਹਦੀ ਹੈਲਪ ਕਰ ਦੋਗੇ, ਹੈਲਪ ਕੀ ਤੁਸੀਂ ਐਟਲੀਸਟ ਉਹਨੂੰ ਦੁਖੀ ਤਾਂ ਨਾ ਕਰੋ ਕਿ ਉਹਨੂੰ ਗਰਾਊਂਡ ਚਾਹੀਦੀ, ਹੋਰ ਕੁਝ ਨਹੀਂ ਅਸੀਂ ਮੰਗਦੇ। ਉਹਨੂੰ ਅਸੀਂ ਮੇਨਟੇਨ ਕਰਦੇ ਹਾਂ, ਸਾਰਾ ਕੁਝ ਕਰਦੇ ਹਾਂ, ਇੰਨੀ ਮਿਹਨਤ ਕਰਦੇ ਹਾਂ। ਤੇ ਤੁਸੀਂ ਜੇ ਸਾਡੇ ਕੋਲ ਗਰਾਊਂਡ ਹੀ ਲੈ ਲਓਗੇ ਫਿਰ ਅਸੀਂ ਕੀ ਕਰਾਂਗੇ। ਮਤਲਬ ਲੋਕੀ ਸਮਝਦੇ ਨਹੀਂ ਹੈਗੇ ਇਹ ਚੀਜ਼ ਨੂੰ। ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਲੋਕਾਂ ਨੂੰ ਸਮਝਣੀ ਚਾਹੀਦੀ ਹੈ। ਬਿਲਕੁਲ ਔਕੜਾਂ ਤਾਂ ਬਹੁਤ ਆਉਂਦੀਆਂ ਨੇ। ਫਿਜ਼ੀਕਲੀ ਤੇ ਮੈਂਟਲੀ ਫਿਟ ਰਹਿਣ ਨੂੰ ਕੀ ਕਰਦੇ ਹੋ? ਸਰ ਜਿੱਦਾਂ ਹੁਣ ਫਿਜ਼ੀਕਲੀ ਤੋਂ ਅਸੀਂ ਜਿੱਦਾਂ ਟ੍ਰੇਨਿੰਗ ਕਰਦੇ ਹਾਂ, ਉਹਨੂੰ ਰਿਕਵਰੀ ਕੇ ਲਈ ਸਰ ਸਾਨੂੰ ਔਖਾ ਤਾਂ ਬੜਾ ਹੁੰਦਾ ਹੈ, ਕਿਉਂਕਿ ਸਾਡੇ ਕੋਲ ਕੋਈ ਫਿਜ਼ੀਓਥੈਰੇਪੀ ਨਹੀਂ, ਥੈਰੇਪਿਸਟ ਨਹੀਂ ਹੈ। ਬੇਸਿਕ ਨੀਡਸ ਜਿਹੜੀ ਸਾਡੀ ਇੱਕ ਸਪੋਰਟਸਮੈਨ ਦੀ ਹੁੰਦੀ ਹੈ, ਉਹ ਕਾफ़ੀ ਚੀਜ਼ਾਂ ਤੋਂ ਅਸੀਂ ਲੈਕ ਕਰ ਰਹੇ। ਫਿਰ ਵੀ ਅਸੀਂ ਟਰਾਈ ਕਰਦੇ ਹਾਂ, ਜਿੱਦਾਂ ਸਾਡੇ ਕੋਲ ਕਈ ਲੋਕੀ ਹੈਲਪ ਕਰਨੇ ਵਾਲੇ ਵੀ ਬਹੁਤ ਮਿਲਦੇ ਆ। ਜਦੋਂ ਅਸੀਂ ਕੋਈ ਵੀ ਅਚੀਵਮੈਂਟ ਕਰਦੇ ਨਾ, ਤੇ ਉਹਦੇ ਲਈ ਸਾਡੀ ਇਕੱਲੀ ਸਟਰਗਲ ਨਹੀਂ ਹੁੰਦੀ, ਬੜੇ ਲੋਕੀ ਸਾਨੂੰ ਹੈਲਪ ਕਰਦੇ ਆ, ਬੜੇ ਲੋਕੀ ਸਾਡੇ ਨਾਲ ਜੁੜਦੇ ਆ। ਜਿੱਦਾਂ ਹੁਣ ਚੰਡੀਗੜ੍ਹ ਤੋਂ ਇੱਕ ਸਿੱਧੂ ਸਰ, ਕੈਪਟਨ ਸਿੱਧੂ ਸਰ ਹੈ, ਉਹ ਸਾਡੀ ਬੜੀ ਹੈਲਪ ਕਰਦੇ। ਜਦੋਂ ਉਹਨਾਂ ਨੇ ਦੇਖਿਆ ਕਿ ਇਹ ਨਿਆਣੇ ਵਧੀਆ ਕਰ ਰਹੇ ਆ, ਪਰ ਇਹਨਾਂ ਕੋਲ ਕੋਈ ਫਿਜ਼ੀਓਥੈਰੇਪਿਸਟ ਨਹੀਂ ਹੈ, ਉਹ ਸਾਡਾ ਚੰਡੀਗੜ੍ਹ 'ਚ ਇੱਕ ਫਿਜ਼ੀਓਥੈਰੇਪਿਸਟ ਹੈ, ਨਵ ਮੈਡਮ ਹੈ, ਤੇ ਉਹਨਾਂ ਦੇ ਨਾਲ ਸਾਡੀ ਅਪਾਇੰਟਮੈਂਟ ਬੁੱਕ ਕਰਦੇ ਆ। ਉਹ ਸਾਨੂੰ ਕਹਿੰਦੇ ਜਦੋਂ ਤੁਹਾਨੂੰ ਲੋੜ ਹੈ ਤੁਸੀਂ ਉੱਥੇ ਜਾਓ। ਥੋੜ੍ਹਾ ਜਿਹਾ ਡਿਫੀਕਲਟ ਹੁੰਦਾ, ਸਾਨੂੰ ਲੋਕਲ ਫਿਜ਼ੀਓਥੈਰੇਪਿਸਟ ਚਾਹੀਦੇ ਹੈ ਤੇ ਪਰ ਉਹ ਸਾਨੂੰ ਫਿਰ ਚੰਡੀਗੜ੍ਹ ਜਾਣਾ ਪੈਂਦਾ ਹੈ। ਤੇ ਹੁਣ ਸਾਨੂੰ ਡੇਰਾ ਬਾਬਾ ਮੁਰਾਦ ਸ਼ਾਹ ਜੀ ਫਾਊਂਡੇਸ਼ਨ ਤੋਂ ਵੀ ਹੈਲਪ ਮਿਲ ਰਹੀ ਹੈ। ਮਤਲਬ ਸਾਈ ਜੀ ਨੇ ਬਹੁਤ ਵੱਡੀ, ਫਿਰ ਅਸੀਂ ਹੋਰ ਮੋਟੀਵੇਟ ਹੋਏ ਕਿ ਜਦੋਂ ਸਾਈ ਜੀ ਨੇ ਸਾਡੇ ਨਾਲ ਜੁੜਿਆ ਤੇ ਕੁਝ ਸਾਡੇ ਕੋਲ ਚੰਗਾ, ਜਦੋਂ ਅਸੀਂ ਸੋਚਦੇ ਸੀ ਨਾ ਕਿ ਸਾਡੇ ਕੋਲ ਗਰਾਊਂਡ ਨਹੀਂ ਹੈ, ਕੁਝ ਨਹੀਂ ਹੈ, ਅਸੀਂ ਹੁਣ ਕਿੱਦਾਂ ਕਰਾਂਗੇ, ਉਸ ਟਾਈਮ ਉਹ ਸਾਡੇ ਨਾਲ ਜੁੜਿਆ ਤੇ ਉਹਨਾਂ ਨੇ ਕਾਫੀ ਹੈਲਪ ਕੀਤੀ ਹੈ। ਉਹਨਾਂ ਨੇ ਜਿੱਦਾਂ ਸਾਨੂੰ ਮੈਸ਼ਰ ਪ੍ਰੋਵਾਈਡ ਕੀਤਾ। ਹੁਣ ਅਸੀਂ ਟਰੈਕ ਨਹੀਂ ਸੀਗਾ, ਅਸੀਂ ਧਰਮਸ਼ਾਲਾ ਟ੍ਰੇਨਿੰਗ ਕਰਨ ਗਏ ਹੋਏ ਸੀ। ਉਹਨਾਂ ਨੇ ਸਾਰਾ ਰਹਿਣ ਦਾ, ਉੱਥੇ ਖਾਣ ਦਾ, ਡਾਈਟ ਦਾ, ਉਹਨਾਂ ਨੇ ਕਿਹਾ ਤੁਸੀਂ ਫਿਕਰ ਨਹੀਂ ਕਰਨੀ, ਤੁਸੀਂ ਬਸ ਪਰਫਾਰਮੈਂਸ ਦੇਣੀ ਹੈ। ਤੇ ਜਿੱਦਾਂ ਖਾਣ ਦਾ, ਡਾਈਟ ਦਾ ਬਹੁਤ ਜ਼ਰੂਰੀ ਹੁੰਦਾ। ਜਿੱਦਾਂ ਸਾਨੂੰ ਪਹਿਲਾਂ ਕਾफ़ੀ ਚੀਜ਼ਾਂ ਦੀ ਨੌਲੇਜ ਨਹੀਂ ਸੀਗੀ, ਜਿੱਦਾਂ ਸਾਨੂੰ ਡਾਈਟ ਦਾ ਨਹੀਂ ਪਤਾ ਸੀਗਾ। ਜਿੱਦਾਂ ਹੁਣ ਮੈਂ 800 ਮੀਟਰ ਕਰਦੀ ਹਾਂ ਤੇ ਇੱਕ ਮੁੰਡਾ 100 ਮੀਟਰ ਕਰਦਾ, ਅਸੀਂ ਸਾਰੇ ਇਕੱਠੇ ਸੇਮ ਹੀ ਡਾਈਟ ਲੈਂਦੇ ਹੁੰਦੇ ਸੀ। ਸਾਡਾ ਬੋਡੀ ਵੇਟ ਵੱਖਰਾ ਹੈ, ਉਹਦਾ ਵੱਖਰਾ ਹੈ। ਫਿਰ ਸਾਨੂੰ ਉਹਨਾਂ ਨੇ ਡਾਈਟੀਸ਼ੀਅਨ ਪ੍ਰੋਵਾਈਡ ਕੀਤਾ। ਮਤਲਬ ਬਹੁਤ ਉਹਨਾਂ ਨੇ ਬਹੁਤ ਸਾਨੂੰ ਇਸ ਬਾਰੇ ਨੌਲੇਜ ਦਿੱਤੀ ਕਿ ਤੁਸੀਂ ਆਹ ਚੀਜ਼ ਖਾਣੀ, ਆਹ ਚੀਜ਼ ਨਹੀਂ ਖਾਣੀ। ਉਹ ਹੁਸ਼ਿਆਰਪੁਰ ਤੋਂ ਪ੍ਰਦੀਪ ਸ਼ਰਮਾ ਉਹਨਾਂ ਦਾ ਨਾਮ ਹੈ। ਉਹਨਾਂ ਨੇ ਬਹੁਤ ਹੈਲਪ ਕੀਤੀ। ਮਤਲਬ ਉਹਨਾਂ ਨੇ ਸਾਡੇ ਨਾਲ, ਉਹ ਧਰਮਸ਼ਾਲਾ ਵੀ ਜਾਂਦੇ ਰਹੇ, ਸਾਡੀ ਡਾਈਟ ਦਾ ਪੂਰਾ ਉਹਨਾਂ ਨੇ ਧਿਆਨ ਦਿੱਤਾ ਕਿ ਅਸੀਂ ਕੀ ਖਾ ਰਹੇ ਹਾਂ, ਕੀ ਨਹੀਂ, ਕਿੰਨਾ ਤੁਹਾਨੂੰ ਵੇਟ ਚਾਹੀਦਾ ਹੈ, ਕਿੰਨਾ ਤੁਹਾਨੂੰ ਵੇਟ ਘੱਟ ਕਰਨਾ ਹੈ, ਕਿੰਨਾ ਵਧਾਉਣਾ ਹੈ। ਤੇ ਇਹ ਚੀਜ਼ਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਿੱਦਾਂ ਸਾਨੂੰ ਨੌਲੇਜ ਵਧੂਗੀ ਅਸੀਂ ਹੋਰ ਵਧੀਆ ਪਰਫਾਰਮ ਕਰਾਂਗੇ। ਬਿਲਕੁਲ। ਚੰਡੀਗੜ੍ਹ ਤੋਂ ਤੁਸੀਂ ਸਿੱਧੂ ਜੀ ਦਾ ਨਾਮ ਲਿਆ ਤੇ ਸੁਣਨ 'ਚ ਆਇਆ ਕਿ ਸਿੱਧੂ ਮੂਸੇਵਾਲੇ ਦਾ ਵੀ ਤੁਹਾਡੀ ਜ਼ਿੰਦਗੀ 'ਚ ਅਹਿਮ ਯੋਗਦਾਨ ਹੈ। ਹਾਂਜੀ ਸਰ, ਐਕਚੁਅਲੀ ਅਹਿਮ ਯੋਗਦਾਨ ਤੋਂ ਹੁਣ ਉਹੀ ਕਹਿੰਦੇ ਨਾ ਕਿ ਅਸੀਂ ਜਦੋਂ ਕੋਈ ਚੀਜ਼ ਕਰਨੀ, ਜਿੱਦਾਂ ਅਸੀਂ ਪਹਿਲਾਂ ਸਾਡੇ ਕੋਚ ਸਾਹਿਬ ਉਹਨਾਂ ਨੂੰ ਮਨਾ ਕਰਦੇ ਸੀ ਸੁਣਨ ਤੋਂ, ਕਿਉਂਕਿ ਉਹ ਥੋੜ੍ਹਾ ਹਥਿਆਰ ਬਾਰੇ ਗਾਣੇ ਗਾਉਂਦੇ ਸੀ, ਥੋੜ੍ਹਾ ਸੱਚਾਈ, ਤੁਸੀਂ ਇਹ ਕਹਿ ਲਓ ਕਿ ਸੱਚਾਈ ਰੱਖਦੇ ਸੀ ਸਾਹਮਣੇ। ਤੇ ਉਹ ਡਰਦੇ ਸੀ ਕਿ ਜਿੱਦਾਂ ਹੁਣ ਯੂਥ ਹੈ ਇਹ ਹਥਿਆਰ ਬਾਰੇ ਸੁਣੂਗੀ, ਮੋਟੀਵੇਟ ਹੁੰਦੀ ਹੈ, ਉਹ ਦੂਜੇ ਪਾਸੇ ਮੋਟੀਵੇਟ ਨਾ ਹੋ ਜਾਏ। ਤੇ ਹੁਣ ਜਦੋਂ ਉਹਨਾਂ ਦੀ ਡੈਥ ਹੋਈ ਤੇ ਉਹਨਾਂ ਦੀ ਇੰਟਰਵਿਊਜ਼ ਸਭ ਕਾਫੀ ਸਾਰੀ ਆਉਂਦੀ ਸੀ YouTube 'ਤੇ, Facebook 'ਤੇ, Instagram 'ਤੇ। ਤੇ ਸਰ ਨੇ ਫਿਰ ਅਸੀਂ ਉਹਨਾਂ ਦੀ ਇੰਟਰਵਿਊ ਸੁਣਨੀ ਸ਼ੁਰੂ ਕੀਤੀ। ਫਿਰ ਸਾਨੂੰ ਪਤਾ ਲੱਗਾ ਕਿ ਉਹਨਾਂ ਦੀ ਸੋਚ ਵੱਖਰੀ ਸੀਗੀ। ਮਤਲਬ ਜੋ ਉਹਨਾਂ ਦੇ ਨਾਲ ਹੁੰਦਾ ਸੀ, ਉਹਨਾਂ ਨੇ ਇੱਕ ਬਹੁਤ ਵੱਡੀ ਹਿੰਮਤ ਦਾ ਕੰਮ ਕੀਤਾ, ਜਿੱਦਾਂ ਸਾਡੇ ਸਪੋਰਟਸ 'ਚ ਵੀ ਹੁੰਦਾ ਹੈ ਕਿ ਸਾਨੂੰ ਕਿਸੇ ਵੀ ਚੀਜ਼ ਤੋਂ ਡਰਨਾ ਨਹੀਂ ਚਾਹੀਦਾ, ਜਾਂ ਫਾਈਟ, ਜਿੱਦਾਂ ਦੀ ਵੀ ਸਿਚੁਏਸ਼ਨ ਉਹ ਫਾਈਟ ਕਰਨੀ ਪੈਂਦੀ ਹੈ। ਜਿੱਦਾਂ ਉਹ ਗੈਂਗਸਟਰ ਦੇ ਖਿਲਾਫ ਉਹ ਡਰੇ ਨਹੀਂ, ਉਹਨਾਂ ਨੇ ਉਸ ਚੀਜ਼ ਲਈ ਬੋਲਿਆ,
ਤੇ ਉਹਦੇ ਨਾਲ ਫਾਈਟ ਕੀਤੀ। ਉਹਨਾਂ ਦਾ ਸੀਗਾ ਸਾਡਾ ਵੀ ਇਹੀ ਹੁੰਦਾ ਹੈ, ਭਾਵੇਂ ਘੱਟ ਟਾਈਮ ਦੇ ਰੱਬ ਦੇ, ਪਰ ਇਦਾਂ ਦਾ ਦੇ ਕਿ ਲੋਕੀ ਸਾਨੂੰ, ਜੇ ਅਸੀਂ ਕੁਝ ਕਰ ਰਹੇ ਤੇ ਸਾਨੂੰ ਲੋਕੀ ਸਾਡੀ ਪ੍ਰੇਜ਼ ਕਰੇ, ਸਾਨੂੰ ਦੇਖ ਕੇ ਮੋਟੀਵੇਟ ਹੋਣ। ਹੁਣ ਸਿੱਧੂ ਮੂਸੇਵਾਲੇ ਨੂੰ ਦੇਖ ਕੇ ਲੋਕੀ ਮੋਟੀਵੇਟ ਹੁੰਦੇ ਆ। ਅਸੀਂ ਵੀ ਇਹੀ ਸੋਚਦੇ ਸਪੋਰਟਸ 'ਚ ਕੁਝ ਇਦਾਂ ਦਾ ਕਰੀਏ ਕਿ ਲੋਕੀ ਸਾਨੂੰ ਦੇਖ ਕੇ ਐਟਲੀਸਟ ਸਾਨੂੰ ਯਾਦ ਕਰਨ। ਕੱਲ੍ਹ ਨੂੰ ਜੇ ਛੋਟੇ ਯੂਥ ਹੈ ਜਾਂ ਛੋਟੇ ਜਿਹੜੇ ਸਕੂਲ ਸਟੂਡੈਂਟਸ ਹੈ, ਉਹ ਸਾਨੂੰ ਦੇਖ ਕਰ ਬੋਲਣ ਕਿ ਹਾਂਜੀ ਅਸੀਂ ਵੀ ਟਵਿੰਕਲ ਵਾਂਗੂ ਬਣਨਾ ਹੈ। ਤੇ ਉਹਨਾਂ ਦੀ ਸੋਚ ਦੇ ਪਿੱਛੇ ਇਹ ਸੀਗਾ ਕਿ ਜੇ ਤੁਹਾਡੇ ਕੋਲ ਸਾਰਾ ਕੁਝ ਮਿਲ ਵੀ ਗਿਆ ਨਾ, ਤੇ ਤੁਸੀਂ ਇੰਨੇ ਵੀ ਕਠੋਰ ਨਾ ਹੋ ਜਾਓ ਕਿ ਤੁਸੀਂ ਲੋਕਾਂ ਤੇ ਜ਼ੁਲਮ ਕਰਨ ਲੱਗ ਪਾਓ, ਤੇ ਇੰਨੇ ਕਮਜ਼ੋਰ ਵੀ ਨਾ ਬਣ ਜਾਓ ਕਿ ਲੋਕੀ ਤੁਹਾਡੇ ਤੇ ਜ਼ੁਲਮ ਕਰਨ ਲੱਗ ਜਾਣ। ਜੇ ਤੁਸੀਂ ਸੱਚੇ ਹੈ, ਤੁਸੀਂ ਆਪਣੇ ਸੱਚਾਈ ਦੇ ਨਾਲ ਕੰਮ ਕਰੋ ਜਿੱਦਾਂ ਤੁਸੀਂ ਕਰ ਸਕਦੇ ਆ। ਤੇ ਸਭ ਤੋਂ ਵੱਡੀ ਗੱਲ ਉਹਨਾਂ ਦੀ ਇਹ ਮੋਟੀਵੇਟ ਇਹ ਕਰਦੀ ਸੀ ਕਿ ਉਹਨਾਂ ਨੇ ਕੋਈ ਗੈਂਗਸਟਰ, ਕੋਈ ਸਰਕਾਰ ਦੇ ਖਿਲਾਫ ਕਿਸੇ ਤੋਂ ਉਹ ਡਰੇ ਨਹੀਂ। ਉਹਨਾਂ ਨੇ ਜਿਹੜੀ ਉਹਨਾਂ ਦਾ ਮਨ ਜਿੱਦਾਂ ਸਾਫ਼ ਸੀਗਾ, ਸੱਚੇ ਸੀਗੇ, ਉਹਨਾਂ ਨੇ ਉਹੀ ਚੀਜ਼ ਸਾਹਮਣੇ ਰੱਖੀ। ਤੇ ਫਿਰ ਰੇਸ ਤੋਂ ਪਹਿਲਾਂ ਵੀ ਸਰ ਮੈਨੂੰ ਕਹਿੰਦੇ ਸੀ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਲਾ ਲੈ, ਤੇ ਫਿਰ ਮੈਂ ਹੱਸਣ ਲੱਗ ਪਈ ਕਿਉਂਕਿ ਪਹਿਲਾਂ ਸਰ ਸਾਨੂੰ ਰੋਕਦੇ ਹੁੰਦੇ ਸੀ। ਫਿਰ ਮੈਂ ਉਹਨਾਂ ਦੀ ਇੰਟਰਵਿਊ ਲਾਈ ਰੇਸ ਤੋਂ ਪਹਿਲਾਂ, ਤੇ ਉਹਨੇ ਮੈਨੂੰ ਕਾਫੀ ਮੋਟੀਵੇਟ ਕੀਤਾ। ਮੈਂ ਗੁਰਦਾਸ ਮਾਨ ਸਾਹਿਬ ਨੂੰ ਵੀ ਬਹੁਤ ਸੁਣਦੀ ਹਾਂ, ਉਹਨਾਂ ਦੀ ਇੰਟਰਵਿਊ ਵੀ ਬਹੁਤ ਦੇਖਦੀ ਹਾਂ। ਉਹਦੇ ਨਾਲ ਮਾਈਂਡ ਨੂੰ ਪੇਸ਼ੈਂਸ, ਸਟਰਗਲ ਕਿੱਦਾਂ ਕਰੀਦੀ ਹੈ, ਸਬਰ ਕਿੱਦਾਂ ਰੱਖੀਦਾ ਹੈ, ਤੇ ਡਾਊਨ ਟੂ ਅਰਥ ਕਿੱਦਾਂ ਰਹੀਦਾ ਹੈ, ਉਹ ਵੀ ਬਹੁਤ ਸਾਡੇ ਲਈ ਬਹੁਤ ਜ਼ਰੂਰੀ ਹੁੰਦਾ। ਅਸੀਂ ਹਰ ਟਾਈਮ ਬਿਲਕੁਲ ਹਾਈਪਰ ਹੋ ਕੇ ਵੀ ਨਹੀਂ ਰਹਿ ਸਕਦੇ, ਸਾਨੂੰ ਬਹੁਤ ਪੇਸ਼ੈਂਸ ਨਾਲ ਵੀ ਰਹਿਣਾ ਪੈਂਦਾ ਹੈ। ਕਦੀ ਲਾਈਫ 'ਚ ਵਧੀਆ ਹੁੰਦਾ ਹੈ, ਜਿੱਦਾਂ ਅੱਜ ਟ੍ਰੇਨਿੰਗ ਬਹੁਤ ਵਧੀਆ ਹੋਈ, ਉਦੋਂ ਵੀ ਸਾਨੂੰ ਆਪਣੇ ਆਪ ਨੂੰ ਸਬਰ ਨਾਲ ਰੱਖਣਾ ਪੈਂਦਾ ਹੈ। ਜਦੋਂ ਅੱਜ ਨਹੀਂ ਚੰਗੀ ਹੋਈ, ਉਦੋਂ ਵੀ ਥੋੜ੍ਹਾ ਸਬਰ ਨਾਲ ਰੱਖਣਾ ਪੈਂਦਾ ਹੈ। ਤੇ ਇਹੀ ਚੀਜ਼ਾਂ ਲਾਈਫ 'ਚ, ਛੋਟੀ ਛੋਟੀ ਚੀਜ਼ਾਂ, ਕੋਈ ਤੁਹਾਨੂੰ ਮੋਟੀਵੇਟ ਕਰਕੇ ਜਾਊਗਾ ਲਾਈਫ 'ਚ, ਕੋਈ ਤੁਹਾਨੂੰ ਡੀਮੋਟੀਵੇਟ ਕਰਕੇ ਜਾਊਗਾ, ਬਟ ਸਾਨੂੰ ਦੇਖਣਾ ਹੈ ਕਿ ਅਸੀਂ ਆਪਣਾ ਫੋਕਸ ਕਿੱਥੇ ਰੱਖਣਾ ਹੈ। ਜੇ ਕੋਈ ਮੋਟੀਵੇਟ ਕਰਦਾ ਹੈ, ਉਹ ਬਹੁਤ ਵਧੀਆ ਗੱਲ ਹੈ, ਉਹਦੇ ਨਾਲ ਜੁੜੇ ਰਹੋ। ਜਿਹੜਾ ਕੋਈ ਡੀਮੋਟੀਵੇਟ ਕਰਦਾ ਹੈ, ਕੋਸ਼ਿਸ਼ ਕਰੋ ਕਿ ਉਹਨੂੰ ਵੀ ਫੀਲ ਨਾ ਹੋ, ਤੇ ਆਪਣਾ ਉਹਨੂੰ ਉਹ ਚੀਜ਼ ਨੂੰ ਕਿੱਦਾਂ ਆਪਣੇ ਪੋਜ਼ੀਟਿਵ ਵੇ ਨਾਲ ਲੈਣੀ ਹੈ, ਉਹ ਸਾਡੇ 'ਤੇ ਡਿਪੈਂਡ ਕਰਦਾ ਹੈ। ਤੇ ਅਸੀਂ ਇਹੀ ਕੋਸ਼ਿਸ਼ ਕਰੀਦੀ ਹੈ ਕਿ ਜਿੱਦਾਂ ਮੈਡੀਟੇਸ਼ਨ ਕਰੀਦੀ ਹੈ, ਤੇ ਉਹਦੇ ਨਾਲ ਵੀ ਸਾਨੂੰ ਥੋੜ੍ਹਾ ਜਿਹਾ ਸਭ ਪੇਸ਼ੈਂਸ ਰਹਿੰਦੀ ਹੈ। ਤੇ ਇੰਟਰਵਿਊ ਸੁਣੀ ਦੀ ਹੈ, ਜਦੋਂ ਮੋਟੀਵੇਸ਼ਨ ਦੀ ਵਾਰੀ ਆਉਂਦੀ ਹੈ, ਉਦੋਂ ਅਸੀਂ ਸਿੱਧੂ ਮੂਸੇਵਾਲੇ ਨੂੰ ਸੁਣਦੇ ਹਾਂ। ਜਦੋਂ ਸਬਰ ਚਾਹੀਦਾ ਹੁੰਦਾ, ਉਦੋਂ ਗੁਰਦਾਸ ਮਾਨ ਸਾਹਿਬ ਨੂੰ ਸੁਣੀਦਾ ਹੈ। ਬਿਲਕੁਲ, ਤੁਸੀਂ ਗੁਰਦਾਸ ਮਾਨ ਸਾਹਿਬ ਦਾ ਨਾਮ ਲਿਆ, ਸਿੱਧੂ ਮੂਸੇਵਾਲੇ ਦਾ ਨਾਮ ਲਿਆ, ਗਾ ਵੀ ਲੈਂਦੇ ਹੋ? ਨਹੀਂ ਸਰ, ਗਾਣ ਦਾ ਤਾਂ ਸ਼ੌਕ ਨਹੀਂ ਹੈ ਉਹਨਾਂ ਦੀ। ਮੈਂ ਇੰਟਰਵਿਊ ਜ਼ਿਆਦਾ ਪ੍ਰੈਫਰ ਕਰਦੀ ਹਾਂ ਸੁਣਨ ਨੂੰ, ਕਿ ਮੈਨੂੰ ਇੰਟਰਵਿਊਜ਼ ਉਹਨਾਂ ਦੀ ਕੋਈ ਸਪੀਚ ਹੋ ਗਈ, ਕੋਈ ਮੋਟੀਵੇਸ਼ਨ ਸਪੀਚ ਹੋ ਗਈ, ਜਦੋਂ ਮੋਟੀਵੇਸ਼ਨ ਚਾਹੀਦੀ ਹੁੰਦੀ ਹੈ। ਜਦੋਂ ਅਸੀਂ ਸਟਰਗਲਿੰਗ ਟਾਈਮ 'ਤੇ ਹੁੰਦੇ ਹਾਂ, ਉਦੋਂ ਗੁਰਦਾਸ ਮਾਨ ਸਾਹਿਬ ਦੀ ਜਦੋਂ ਉਹ ਸਟਰਗਲ ਕਰਦੇ ਸੀ, ਉਹਨਾਂ ਨੇ ਆਪਣੀ ਸਾਈਂ ਜੀ ਦੀ ਸਟੋਰੀਆਂ ਦੱਸੀ, ਉਹ ਚੀਜ਼ ਸਾਨੂੰ ਕਈ ਚੀਜ਼ਾਂ 'ਤੇ ਬਿਲੀਵ ਕਰਨ 'ਤੇ ਲੈ ਆਉਂਦੀ ਹੈ ਕਿ ਜਿਹੜੀ ਚੀਜ਼ਾਂ ਅਸੀਂ ਨਹੀਂ, ਕਿਉਂਕਿ ਸਾਡੇ ਨਾਲ ਉਹ ਚੀਜ਼ਾਂ ਬੀਤੀ ਨਹੀਂ ਹੈ, ਉਹਨਾਂ ਨੇ ਉਹ ਚੀਜ਼ਾਂ ਫੇਸ ਕੀਤੀਆਂ, ਫੀਲ ਕੀਤੀਆਂ। ਉਹ ਚੀਜ਼ਾਂ ਬਹੁਤ ਸਾਨੂੰ ਮਤਲਬ ਉਸ ਚੀਜ਼ 'ਤੇ ਬਿਲੀਵ ਕਰਨ 'ਤੇ ਬਹੁਤ ਲਾਉਂਦੀ ਹੈ। ਜਿੱਦਾਂ ਅਸੀਂ ਇਹ ਚੀਜ਼ 'ਤੇ ਬਹੁਤ ਮੰਨਦੇ, ਜਿੱਦਾਂ ਮੈਂ ਜਦੋਂ ਰੇਸ ਲਈ ਜਾਂਦੀ ਹਾਂ, ਅਤੇ ਮੈਂ ਸਾਈਂ ਜੀ ਦਾ ਨਾਮ ਲੈ ਕੇ, ਅਤੇ ਕਿਤੇ ਨਾ ਕਿਤੇ ਆਪਣੇ ਲਿਖ ਕੇ, ਪੈਨ ਨਾਲ ਲਿਖ ਕੇ ਜਾਂਦੀ ਹੁੰਦੀ ਹਾਂ ਉਹਨਾਂ ਦਾ ਨਾਮ, ਕਿ ਮੈਨੂੰ ਉਹ ਮੋਟੀਵੇਟ ਕਰਦੇ ਆ। ਉਹ ਚੀਜ਼ 'ਤੇ ਮੈਨੂੰ ਬਿਲੀਵ ਹੁੰਦਾ ਹੈ ਕਿ ਹਾਂਜੀ, ਸਟਰਗਲ ਸਾਰੀ ਚੱਲਦੀ ਰਹਿਣੀ ਹੈ, ਸਾਰਾ ਕੁਝ ਚੱਲਦਾ ਰਹਿਣਾ ਹੈ, ਬਟ ਇਹ ਚੀਜ਼, ਕਿਉਂਕਿ ਕੋਈ ਵੀ ਕੰਮ ਕਰਨ ਲਈ ਸਾਨੂੰ ਬਿਲੀਵ, ਉਹ ਚੀਜ਼ 'ਤੇ ਕਿ ਅਸੀਂ ਕਰ ਸਕਦੇ ਹਾਂ, ਬਿਲੀਵ ਕਰਨਾ ਬਹੁਤ ਜ਼ਰੂਰੀ ਹੈ, ਤਾਂ ਹੀ ਤੁਸੀਂ ਉਹ ਕੰਮ ਪੂਰਾ ਕਰ ਸਕਦੇ ਹਾਂ। ਬਿਲਕੁਲ, ਕੋਈ ਮੈਸੇਜ ਤੁਹਾਨੂੰ ਚਾਹਣ ਵਾਲਿਆਂ ਨੂੰ, ਜਾਂ ਫਿਰ ਜਿਹੜੇ ਮੋਟੀਵੇਟ ਹੋ ਜਾਣ ਤੁਹਾਨੂੰ ਦੇਖ ਕੇ? ਹਾਂਜੀ ਸਰ, ਮੈਂ ਇਹੀ ਚਾਹੂੰਗੀ ਕਿ ਜਿੱਦਾਂ ਯੂਥ ਨੂੰ ਜਾਂ ਜਿੰਨੇ ਵੀ ਲੋਕੀ ਮੈਨੂੰ ਸੁਣਨਗੇ, ਉਹ ਪਲੀਜ਼ ਜਿਹੜੀ ਵੀ ਲਾਈਫ 'ਚ ਉਹਨਾਂ ਦੀ ਸਟਰਗਲ ਆਉਂਦੀ ਹੈ, ਤੇ ਕੋਈ ਨਸ਼ੇ ਵੱਲ ਜਾਣ ਨੂੰ ਛੱਡ ਕੇ ਸਪੋਰਟਸ ਵੱਲ ਆਉਣ। ਉਹਨਾਂ ਨੂੰ ਆਪ ਵਧੀਆ ਫੀਲ ਹੋਊਗਾ, ਸਾਨੂੰ ਦੇਖਣ। ਇਹ ਸਰਕਾਰ ਦੀ ਵੀ ਕਿਤੇ ਨਾ ਕਿਤੇ ਕਮੀ ਹੈ। ਸਰਕਾਰਾਂ ਨੂੰ ਥੋੜ੍ਹੀ ਜਿਹੀ ਜਿਹੜੇ ਰੋਲ ਮਾਡਲ ਹੈ, ਜਿਹੜੇ ਸਪੋਰਟਸਮੈਨ ਹੈ, ਉਹਨਾਂ ਨੂੰ ਅੱਗੇ ਕਰਨਾ ਚਾਹੀਦਾ ਹੈ, ਉਹਨਾਂ ਦੇ ਬਾਰੇ ਦੱਸਣਾ ਚਾਹੀਦਾ ਹੈ, ਉਹਨਾਂ ਦੇ ਬਾਰੇ ਸਕੂਲਾਂ 'ਚ ਸਟੱਡੀ ਹੋਣੀ ਚਾਹੀਦੀ ਹੈ, ਉਹਨਾਂ ਨੂੰ ਦੱਸਣਾ ਚਾਹੀਦਾ ਫਿਜ਼ੀਕਲ ਐਕਟੀਵਿਟੀ ਕਿੰਨੀ ਜ਼ਰੂਰੀ ਹੈ ਲਾਈਫ 'ਚ। ਕਿਉਂਕਿ ਅੱਜ ਕੱਲ੍ਹ ਦੇ ਟਾਈਮ 'ਤੇ ਸਟਰੈਸ, ਟੈਨਸ਼ਨ, ਇਹ ਚੀਜ਼ਾਂ ਬਹੁਤ ਵੱਧ ਗਈਆਂ। ਜਦੋਂ ਤੱਕ ਤੁਸੀਂ ਫਿਜ਼ੀਕਲ ਐਕਟੀਵਿਟੀ ਨਹੀਂ ਕਰੋਗੇ, ਤੁਹਾਡਾ ਮਾਈਂਡ ਵੀ ਉਸ ਹਿਸਾਬ, ਮੈਡੀਟੇਸ਼ਨ ਹੋ ਗਿਆ, ਯੋਗਾ ਹੋ ਗਿਆ, ਇਹ ਚੀਜ਼ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਨਸ਼ੇ ਵੱਲ ਨਾ ਜਾ ਕੇ, ਜਾਂ ਕਿਸੇ ਵੀ ਗਲਤ ਕੰਮ ਨਾ ਜਾ ਕੇ, ਤੁਸੀਂ ਆਪਣਾ ਜਿਹੜਾ ਤੁਹਾਡੇ ਕੋਲ ਟਾਈਮ ਹੁੰਦਾ ਹੈ, ਤੁਸੀਂ ਵੇਸਟ ਕਰਨ ਨਾਲੋਂ ਸਟੱਡੀ ਕਰੋ, ਪੜ੍ਹਾਈ ਕਰੋ। ਪੜ੍ਹਾਈ ਵੀ ਬਹੁਤ ਜ਼ਰੂਰੀ ਹੈ, ਪੜ੍ਹਾਈ ਤੋਂ ਬਿਨਾਂ ਵੀ ਕੁਝ ਨਹੀਂ ਹੈ। ਤੇ ਸਟੱਡੀ ਉੱਦਾਂ ਵੀ ਤੁਹਾਨੂੰ ਆਪਣੀ ਨੌਲੇਜ ਲਈ ਸਟੱਡੀ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਸਪੋਰਟਸ ਵੀ ਕਰ ਰਹੇ ਹੋ, ਉਹ 'ਚ ਵੀ ਤੁਹਾਨੂੰ ਸਟੱਡੀ ਕੇ ਲਈ ਬਹੁਤ ਜ਼ਰੂਰੀ ਹੈ। ਤੁਸੀਂ ਮਾਈਂਡ, ਜਦੋਂ ਅਸੀਂ ਐਂਡ ਦੇ ਕੰਪੀਟੀਸ਼ਨ ਖੇਲਣਾ ਹੈ, ਉੱਥੇ ਵੀ ਮਾਈਂਡ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਅਸੀਂ ਕਿੱਦਾਂ ਸਾਰੀ ਚੀਜ਼ਾਂ ਮੈਨੇਜ ਕਰਨੀਆਂ ਹੈ, ਕਿੱਦਾਂ ਆਪਣੇ ਆਪ ਨੂੰ ਸਾਂਭਣਾ ਹੈ। ਤੇ ਮੈਂ ਇਹੀ ਕੋਸ਼ਿਸ਼ ਕਰੂੰਗੀ ਕਿ ਮੈਨੂੰ ਸੁਣ ਕੇ ਜਿਹੜੇ ਵੀ ਜਿਨ੍ਹਾਂ ਨੇ ਵੀ ਮੇਰੀ ਗੱਲਾਂ ਸੁਣੀ ਹੋਣਗੇ, ਉਹ ਮੋਟੀਵੇਟ ਜ਼ਰੂਰ ਹੋਏ ਹੋਣ ਹੈ। ਤੇ ਕਿਸੇ ਵੀ ਲਾਈਫ 'ਚ ਸਟਰਗਲ ਤੋਂ ਨਹੀਂ ਡਰਨਾ। ਜੇ ਤੁਸੀਂ ਠਾਣ ਲਈ ਇੱਕ ਵਾਰੀ, ਫਿਰ ਠਾਣ ਲਈ। ਕਿਸੇ ਚੀਜ਼ ਨੂੰ ਟਾਈਮ ਲੱਗ ਸਕਦਾ ਹੈ, ਪਰ ਇਹ ਇੱਦਾਂ ਦੀ ਚੀਜ਼ ਨਹੀਂ ਹੈ ਜਿਹੜੀ ਚੀਜ਼ ਤੁਸੀਂ ਕੋਸ਼ਿਸ਼ ਕਰ ਰਹੇ ਹੋ ਤੇ ਉਹ ਤੁਹਾਡੇ ਲਈ ਪੂਰੀ ਨਾ ਹੋ। ਬਿਲਕੁਲ, ਸ਼ੁਕਰੀਆ ਗੱਲਬਾਤ ਦੇ ਲਈ। ਸੋ ਕਿਸੇ ਨੇ ਸਹੀ ਕਿਹਾ ਹੈ ਕਿ दो नौका पर बैठकर ये नदियाँ पार नहीं होती, कोशिश करने वालों की कभी हार नहीं होती। कैमरा पर्सन शिवम ਦੇ ਨਾਲ ਜਗਦੀਪ ਸਿੰਘ, ਲਾਈਵ ਪੰਜਾਬੀ TV, ਜਲੰਧਰ।